ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਤੇ ਮੈਂ ਹਾਜੀ ਸੁਰਪੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ ਸਵਾਗਤ। ਪੇਸ਼ ਆਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਸਤੰਬਰ 2026 ਦੇ ਵੀਜ਼ਾ ਬੁਲੇਟਿਨ ਦੇ ਵਿੱਚ ਭਾਰਤੀ ਪਰਿਵਾਰਕ ਕੇਸਾਂ ਨੂੰ ਮਿਲੀ ਵੱਡੀ ਰਾਹਤ। ਅਮਰੀਕਾ 'ਚ ਚੋਣਾਂ ਨੂੰ ਲੈ ਕੇ ਵਧਿਆ ਵਿਵਾਦ, ਟਰੰਪ ਦੇ ਅਗਲੇ ਕਦਮ ਤੇ ਨਜ਼ਰ। ਗ੍ਰੀਨ ਕਾਰਡ ਧਾਰਕ ਨੂੰ ਬਿਨਾਂ ਬੌਂਡ ਸੁਣਵਾਈ ਕਿੰਨਾ ਸਮਾਂ ਹਿਰਾਸਤ ਵਿੱਚ ਰੱਖ ਸਕਦੀ ਹੈ ਆਈਸ, ਸੁਪਰੀਮ ਕੋਰਟ ਕਰੇਗੀ ਅਹਿਮ ਫੈਸਲਾ। ਕੈਨੇਡਾ ਜਾਣ ਦੇ 54 ਪੰਜਾਬੀਆਂ ਦੀ ਜੇਬ ਤੇ ਵਧਿਆ ਬੋਝ, 1 ਸਤੰਬਰ ਤੋਂ ਨਵਾਂ ਨਿਯਮ ਲਾਗੂ। ਆਈਸ ਵੱਲੋਂ ਟੈਨੈਂਸੀ ਵਿੱਚ ਨਵਾਂ ਪਬਲਿਕ ਸੇਫਟੀ ਕੋਆਰਡੀਨੇਸ਼ਨ ਸੈਂਟਰ, ਦੇਸ਼ ਭਰ ਦੀਆਂ ਇਨਫੋਰਸਮੈਂਟ ਅਤੇ ਡੈਪੋਟੇਸ਼ਨ ਕਾਰਵਾਈਆਂ ਨੂੰ ਮਿਲੇਗਾ ਸਮਰਥਨ। ਕੈਨੇਡਾ ਅਮਰੀਕਾ ਦਾ 51 ਸੂਬਾ ਬਣੇ ਬਿਨਾਂ ਹੀ ਟਰੰਪ ਨੇ ਕੈਨੇਡਾ ਤੇ ਮੁੜ ਸਾਧਿਆ ਨਿਸ਼ਾਨਾ। ਹੁਣ ਇਹਨਾਂ ਖਬਰਾਂ ਦਾ ਵਿਸਥਾਰ, ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਤਮਾਮ ਖਬਰਾਂ। ਅਮਰੀਕੀ ਵਿਦੇਸ਼ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਸਤੰਬਰ 2026 ਦੇ ਵੀਜ਼ਾ ਬੁਲੇਟਿਨ ਦੇ ਵਿੱਚ ਭਾਰਤ ਨਾਲ ਸੰਬੰਧਿਤ ਕਈ ਪਰਿਵਾਰਕ ਇਮੀਗ੍ਰੇਸ਼ਨ ਸ਼੍ਰੇਣੀਆਂ ਦੀਆਂ ਤਰੀਕਾਂ ਵਿੱਚ ਵੱਡਾ ਵਾਧਾ ਕੀਤਾ ਗਿਆ। ਖਾਸ ਤੌਰ ਤੇ F1, F2A, F2B ਅਤੇ F3 ਸ਼੍ਰੇਣੀਆਂ ਅਗਸਤ ਦੇ ਮੁਕਾਬਲੇ ਅੱਗੇ ਵਧੀਆਂ ਹਨ। ਦੂਜੇ ਪਾਸੇ ਅਮਰੀਕੀ ਨਾਗਰਿਕਾਂ ਵੱਲੋਂ ਆਪਣੇ ਭੈਣ ਭਰਾਵਾਂ ਲਈ ਦਾਇਰ ਕੀਤੀਆਂ F4 ਪਟੀਸ਼ਨਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ। F4 ਦੀ ਫਾਈਨਲ ਐਕਸ਼ਨ ਤਰੀਕ 1 ਨਵੰਬਰ 2006 ਉੱਤੇ ਹੀ ਰੁਕੀ ਹੋਈ ਹੈ। ਫਾਈਨਲ ਐਕਸ਼ਨ ਤਰੀਕ ਉਹ ਹੱਦ ਹੁੰਦੀ ਹੈ ਜਿਸ ਤੋਂ ਪਹਿਲਾਂ ਦੀ ਤਰਜੀਹੀ ਤਰੀਕ ਵਾਲੀ ਯੋਗ ਕੇਸਾਂ ਦੇ ਵਿੱਚ ਇਮੀਗ੍ਰੈਂਟ ਵੀਜ਼ਾ ਜਾਰੀ ਜਾਂ ਗ੍ਰੀਨ ਕਾਰਡ ਮਨਜ਼ੂਰ ਕੀਤਾ ਜਾ ਸਕਦਾ ਹੈ। ਭਾਰਤ ਲਈ F1 ਸ਼੍ਰੇਣੀ, ਜਿਸ ਅਧੀਨ ਅਮਰੀਕੀ ਨਾਗਰਿਕਾਂ ਦੇ 21 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਅਣਵਿਆਹੇ ਪੁੱਤਰ ਧੀਆਂ ਆਉਂਦੇ ਹਨ, ਉਸ ਦੀ ਫਾਈਨਲ ਐਕਸ਼ਨ ਤਰੀਕ 22 ਜਨਵਰੀ 2020 ਹੋ ਗਈ ਹੈ। ਅਗਸਤ 2026 ਦੇ ਬੁਲੇਟਿਨ ਦੇ ਵਿੱਚ ਇਹ 15 ਦਸੰਬਰ 2018 ਸੀ। ਇਸ ਤਰ੍ਹਾਂ ਇੱਕ ਮਹੀਨੇ ਵਿੱਚ ਲਗਭਗ 13 ਮਹੀਨਿਆਂ ਦੀ ਤਰੱਕੀ ਹੋਈ ਹੈ। ਜਨਵਰੀ 2026 ਵਿੱਚ ਇਹ ਤਰੀਕ 8 ਨਵੰਬਰ 2016 ਸੀ, ਜਿਸ ਦਾ ਮਤਲਬ ਹੈ ਕਿ ਜਨਵਰੀ ਤੋਂ ਸਤੰਬਰ ਤੱਕ F1 ਲਗਭਗ 3 ਸਾਲ 2 ਮਹੀਨੇ ਅੱਗੇ ਵਧੀ ਹੈ। ਸੋ F2 ਸ਼੍ਰੇਣੀ, ਜਿਸ ਵਿੱਚ ਗ੍ਰੀਨ ਕਾਰਡ ਧਾਰਕਾਂ ਦੇ ਜੀਵਨ ਸਾਥੀ ਅਤੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚੇ ਆਉਂਦੇ ਹਨ, ਉਸ ਦੀ ਫਾਈਨਲ ਐਕਸ਼ਨ ਤਰੀਕ 22 ਅਗਸਤ 2026 ਹੋ ਗਈ ਹੈ। ਅਗਸਤ ਵਿੱਚ ਇਹ 22 ਜੁਲਾਈ 2026 ਸੀ, ਇਸ ਲਈ 1 ਮਹੀਨੇ ਦੀ ਤਰੀਕ ਹੋਈ ਹੈ। ਸੋ ਜਨਵਰੀ 2026 ਦੇ ਬੁਲੇਟਿਨ ਦੇ ਵਿੱਚ ਇਹ 1 ਫਰਵਰੀ 2024 ਸੀ। ਜਨਵਰੀ ਦੇ ਨਾਲ ਤੁਲਨਾ ਕਰੀਏ ਤਾਂ ਇਹ ਸ਼੍ਰੇਣੀ ਲਗਭਗ 31 ਮਹੀਨੇ ਅੱਗੇ ਪਹੁੰਚੀ ਹੈ। ਗ੍ਰੀਨ ਕਾਰਡ ਧਾਰਕਾਂ ਦੇ 21 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਅਣਵਿਆਹੇ ਪੁੱਤਰ ਧੀਆਂ ਵਾਲੀ F2B ਸ਼੍ਰੇਣੀ ਦੀ ਫਾਈਨਲ ਐਕਸ਼ਨ ਤਰੀਕ 22 ਅਗਸਤ 2019 ਹੋ ਗਈ ਹੈ। ਅਗਸਤ ਵਿੱਚ ਇਹ 1 ਜਨਵਰੀ 2018 ਸੀ, ਇਸ ਲਈ ਕੇਵਲ 1 ਮਹੀਨੇ ਦੇ ਬੁਲੇਟਿਨ ਦੇ ਵਿੱਚ ਲਗਭਗ 20 ਮਹੀਨਿਆਂ ਦੀ ਵੱਡੀ ਛਾਲ ਲੱਗੀ ਹੈ। ਜਨਵਰੀ ਦੇ ਵਿੱਚ ਇਹ 1 ਦਸੰਬਰ 2016 ਸੀ, ਜਿਸ ਦੇ ਮੁਤਾਬਕ ਸਤੰਬਰ ਤੱਕ ਲਗਭਗ 2 ਸਾਲ 9 ਮਹੀਨਿਆਂ ਦੀ ਤਰੱਕੀ ਦਰਜ ਹੋਈ ਹੈ। ਅਮਰੀਕੀ ਨਾਗਰਿਕਾਂ ਦੇ ਵਿਆਹੇ ਪੁੱਤਰ ਧੀਆਂ ਵਾਲੀ F3 ਸ਼੍ਰੇਣੀ ਵਿੱਚ ਸਭ ਤੋਂ ਵੱਡੀ ਮਹੀਨਾਵਾਰ ਤਬਦੀਲੀ ਹੋਈ ਹੈ। ਇਸ ਦੀ ਫਾਈਨਲ ਐਕਸ਼ਨ ਤਰੀਕ 22 ਅਕਤੂਬਰ 2014 ਕਰ ਦਿੱਤੀ ਗਈ ਹੈ, ਜਦਕਿ ਅਗਸਤ ਵਿੱਚ ਇਹ 15 ਮਈ 2012 ਸੀ। ਇਹ ਲਗਭਗ 2 ਸਾਲ 5 ਮਹੀਨਿਆਂ ਦੀ ਤਰੱਕੀ ਹੈ। ਜਨਵਰੀ ਦੇ ਵਿੱਚ F3 ਦੀ ਤਰੀਕ 8 ਸਤੰਬਰ 2011 ਸੀ, ਇਸ ਲਈ ਜਨਵਰੀ ਤੋਂ ਸਤੰਬਰ ਵਿਚਕਾਰ ਇਹ ਲਗਭਗ 3 ਸਾਲ 1 ਮਹੀਨਾ ਅੱਗੇ ਵਧੀ ਹੈ। ਸੋ F4 ਸ਼੍ਰੇਣੀ ਵਿੱਚ ਉਡੀਕ ਕਰ ਰਹੇ ਭਾਰਤੀ ਪਰਿਵਾਰਾਂ ਲਈ ਕੋਈ ਨਵੀਂ ਰਾਹਤ ਨਹੀਂ ਮਿਲੀ ਹੈ। ਇਸ ਦੀ ਫਾਈਨਲ ਐਕਸ਼ਨ ਤਰੀਕ 1 ਨਵੰਬਰ 2006 ਹੈ, ਜੋ ਅਗਸਤ ਅਤੇ ਜਨਵਰੀ ਦੇ ਵਿੱਚ ਹੀ ਇਹੀ ਸੀ। ਇਸ ਦੀ ਦਸਤਾਵੇਜ਼ ਦਾਖਲ ਕਰਨ ਵਾਲੀ ਤਰੀਕ ਵੀ 15 ਦਸੰਬਰ 2006 ਉੱਤੇ ਕਾਇਮ ਹੈ। ਅਰਥਾਤ ਜਨਵਰੀ ਤੋਂ ਸਤੰਬਰ ਤੱਕ F4 ਦੇ ਦੋਵਾਂ ਚਾਰਟਾਂ ਦੇ ਵਿੱਚ ਇੱਕ ਦਿਨ ਵੀ ਤਰੱਕੀ ਨਹੀਂ ਹੋਈ। ਦਸਤਾਵੇਜ਼ ਦਾਖਲ ਕਰਨ ਵਾਲੇ ਚਾਰਟ ਦੇ ਅਨੁਸਾਰ ਸਤੰਬਰ ਦੇ ਵਿੱਚ F1 ਦੀ ਤਰੀਕ 1 ਫਰਵਰੀ 2020, F2B ਦੀ 1 ਸਤੰਬਰ 2019 ਅਤੇ F3 ਦੀ 1 ਨਵੰਬਰ 2014 ਹੋ ਗਈ ਹੈ। F2 ਦਸਤਾਵੇਜ਼ ਦਾਖਲ ਕਰਨ ਲਈ ਕਰੰਟ ਹੈ। ਹਾਲਾਂਕਿ ਕਰੰਟ ਹੋਣ ਦਾ ਮਤਲਬ ਤੁਰੰਤ ਗ੍ਰੀਨ ਕਾਰਡ ਮਿਲਣਾ ਨਹੀਂ ਹੈ, ਸਗੋਂ ਯੋਗ ਬਿਨੇਕਾਰ ਵੱਲੋਂ ਪ੍ਰਕਿਰਿਆ ਅੱਗੇ ਵਧਾਉਣ ਦੀ ਸੰਭਾਵਨਾ ਹੈ। ਅਮਰੀਕਾ ਦੇ ਅੰਦਰ ਸਟੇਟਸ ਬਦਲਣ ਵਾਲੇ ਬਿਨੇਕਾਰਾਂ ਨੂੰ ਹਰ ਮਹੀਨੇ USCIS ਵੱਲੋਂ ਮਨਜ਼ੂਰ ਕੀਤਾ ਚਾਰਟ ਜ਼ਰੂਰ ਦੇਖਣਾ ਚਾਹੀਦਾ ਹੈ। ਵਿਦੇਸ਼ ਵਿਭਾਗ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਮੰਗ ਵਧਣ ਜਾਂ ਸਾਲਾਨਾ ਹੱਦ ਪੂਰੀ ਹੋਣ ਦੀ ਸਥਿਤੀ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੌਰਾਨ ਤਰੀਕਾਂ ਪਿੱਛੇ ਵੀ ਜਾ ਸਕਦੀਆਂ ਹਨ। ਅਮਰੀਕਾ ਵਿੱਚ 2026 ਦੀਆਂ ਮਿਡਟਰਮ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਗਰਮ ਹੁੰਦਾ ਨਜ਼ਰ ਆ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੇ ਪ੍ਰਸ਼ਾਸਨ ਦੇ ਵੱਲੋਂ ਅਮਰੀਕੀ ਚੋਣ ਪ੍ਰਣਾਲੀ ਦੀ ਭਰੋਸੇਯੋਗਤਾ ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਦਰਅਸਲ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਟਰੰਪ ਪ੍ਰਸ਼ਾਸਨ ਵੱਲੋਂ ਚੋਣ ਸੁਰੱਖਿਆ ਦੇ ਨਾਲ ਜੁੜੇ ਕਈ ਦਸਤਾਵੇਜ਼ ਜਾਰੀ ਕੀਤੇ ਗਏ ਹਨ। ਇਹਨਾਂ ਵਿੱਚ ਗੈਰ ਨਾਗਰਿਕਾਂ ਵੱਲੋਂ ਵੋਟ ਪਾਉਣ ਅਤੇ ਵਿਦੇਸ਼ੀ ਦਖਲਅੰਦਾਜ਼ੀ ਨਾਲ ਜੁੜੇ
ਦਾਅਵੇ ਵੀ ਸ਼ਾਮਲ ਹਨ। ਹਾਲਾਂਕਿ ਚੋਣ ਮਾਹਰਾਂ ਅਤੇ ਲੋਕਤੰਤਰ ਨਾਲ ਜੁੜੀਆਂ ਸੰਸਥਾਵਾਂ ਨੇ ਇਹਨਾਂ ਦੇ ਵਿੱਚੋਂ ਕਈ ਦਾਅਵਿਆਂ ਅਤੇ ਆંકੜਿਆਂ ਦੀ ਭਰੋਸੇਯੋਗਤਾ ਤੇ ਸਵਾਲ ਖੜੇ ਕੀਤੇ ਹਨ। ਟਰੰਪ ਨੇ ਜੁਲਾਈ ਦੇ ਵਿੱਚ ਇੱਕ ਪ੍ਰਾਈਮ ਟਾਈਮ ਟੈਲੀਵਿਜ਼ਨ ਸੰਬੋਧਨ ਦੌਰਾਨ ਵੀ ਅਮਰੀਕੀ ਚੋਣਾਂ ਵਿੱਚ ਵਿਦੇਸ਼ੀ ਦਖਲ ਦਾ ਖਤਰਾ ਦੱਸਿਆ ਸੀ ਅਤੇ 2020 ਦੀਆਂ ਰਾਸ਼ਟਰਪਤੀ ਚੋਣਾਂ ਬਾਰੇ ਆਪਣੇ ਪੁਰਾਣੇ ਦਾਅਵੇ ਦੁਹਰਾਏ ਸਨ। ਇਸ ਤੋਂ ਬਾਅਦ ਟਰੰਪ ਦੇ ਸਾਬਕਾ ਰਣਨੀਤਿਕਾਰ ਸਟੀਵ ਬੈਨਨ ਦੇ ਵੱਲੋਂ ਇਹ ਅੰਦਾਜ਼ਾ ਲਗਾਇਆ ਗਿਆ ਕਿ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਨੈਸ਼ਨਲ ਸਿਕਿਉਰਿਟੀ ਦੇ ਆਧਾਰ ਤੇ ਨੈਸ਼ਨਲ ਐਮਰਜੈਂਸੀ ਦਾ ਐਲਾਨ ਕਰ ਸਕਦੇ ਹਨ। ਟਰੰਪ ਤੋਂ ਜਦੋਂ ਹਾਲ ਹੀ ਦੇ ਵਿੱਚ ਪੁੱਛਿਆ ਗਿਆ ਕਿ ਕੀ ਉਹ ਚੋਣਾਂ ਨੂੰ ਲੈ ਕੇ ਨੈਸ਼ਨਲ ਐਮਰਜੈਂਸੀ ਦਾ ਐਲਾਨ ਕਰਨਗੇ ਤਾਂ ਉਹਨਾਂ ਨੇ ਇਸ ਸੰਭਾਵਨਾ ਨੂੰ ਸਿੱਧੇ ਤੌਰ ਤੇ ਰੱਦ ਨਹੀਂ ਕੀਤਾ। ਸੋ ਟਰੰਪ ਨੇ ਇਹ ਕਿਹਾ ਹੈ ਕਿ ਅਜੀਬ ਚੀਜ਼ਾਂ ਪਹਿਲਾਂ ਵੀ ਹੋਈਆਂ ਹਨ ਅਤੇ ਇਸ ਮਾਮਲੇ ਨੂੰ ਖੁੱਲ੍ਹਾ ਛੱਡ ਦਿੱਤਾ। ਚੋਣ ਮਾਹਰਾਂ ਦਾ ਇਹ ਕਹਿਣਾ ਹੈ ਕਿ ਅਜਿਹਾ ਕੋਈ ਵੀ ਕਦਮ ਸੰਵਿਧਾਨਕ ਅਤੇ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰ ਸਕਦਾ ਹੈ। ਅਮਰੀਕਾ ਵਿੱਚ ਚੋਣਾਂ ਦਾ ਪ੍ਰਬੰਧ ਮੁੱਖ ਤੌਰ ਤੇ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਹੁੰਦਾ ਹੈ ਅਤੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਇਸ ਮਾਮਲੇ ਵਿੱਚ ਸੰਵਿਧਾਨਕ ਹੱਦਾਂ ਨਾਲ ਬੱਝੀਆਂ ਹੋਈਆਂ ਹਨ। ਇਸ ਦੌਰਾਨ ਵਾਈਟ ਹਾਊਸ ਵੱਲੋਂ ਸੇਵ ਅਮਰੀਕਾ ਐਕਟ ਨਾਮ ਦੇ ਕਾਨੂੰਨ ਦਾ ਵੀ ਸਮਰਥਨ ਕੀਤਾ ਜਾ ਰਿਹਾ ਹੈ। ਇਸ ਪ੍ਰਸਤਾਵ ਦੇ ਤਹਿਤ ਸੂਬਿਆਂ ਦੇ ਵੋਟਰ ਰਜਿਸਟ੍ਰੇਸ਼ਨ ਰਿਕਾਰਡਾਂ ਦੀ ਫੈਡਰਲ ਪੱਧਰ ਤੇ ਜਾਂਚ ਅਤੇ VOTING ਨਾਲ ਜੁੜੇ ਕਈ ਨਿਯਮਾਂ ਵਿੱਚ ਤਬਦੀਲੀ ਦੀ ਗੱਲ ਕੀਤੀ ਗਈ ਹੈ। ਵਿਰੋਧੀਆਂ ਦਾ ਦੋਸ਼ ਹੈ ਕਿ ਅਜਿਹੇ ਕਦਮ ਚੋਣ ਪ੍ਰਕਿਰਿਆ ਦੇ ਵਿੱਚ ਫੈਡਰਲ ਸਰਕਾਰ ਦੀ ਦਖਲਅੰਦਾਜ਼ੀ ਵਧਾ ਸਕਦੇ ਹਨ ਅਤੇ ਵੋਟਰਾਂ ਵਿੱਚ ਚੋਣਾਂ ਪ੍ਰਤੀ ਅਵਿਸ਼ਵਾਸ ਪੈਦਾ ਕਰ ਸਕਦੇ ਹਨ। ਗੈਰ ਨਾਗਰਿਕ VOTING ਨੂੰ ਲੈ ਕੇ ਵੀ ਟਰੰਪ ਪ੍ਰਸ਼ਾਸਨ ਵੱਲੋਂ ਕਈ ਆંકੜੇ ਜਾਰੀ ਕੀਤੇ ਗਏ ਹਨ, ਪਰ ਚੋਣ ਮਾਹਰਾਂ ਨੇ ਇਹਨਾਂ ਆંકੜਿਆਂ ਦੀ ਪੜਤਾਲ ਦੇ ਤਰੀਕੇ ਅਤੇ ਭਰੋਸੇਯੋਗਤਾ ਤੇ ਸਵਾਲ ਚੁੱਕੇ ਹਨ। ਮਾਹਰਾਂ ਦੇ ਮੁਤਾਬਕ ਗੈਰ ਨਾਗਰਿਕਾਂ ਵੱਲੋਂ ਵੱਡੇ ਪੱਧਰ ਤੇ VOTING ਕਰਨਾ ਅਮਰੀਕੀ ਚੋਣਾਂ ਵਿੱਚ ਕੋਈ ਵਿਆਪਕ ਸਮੱਸਿਆ ਨਹੀਂ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਹੋਈਆਂ ਹਨ ਕਿ ਨਵੰਬਰ ਵਿੱਚ ਹੋਣ ਵਾਲੀਆਂ ਮਿਡ-ਟਰਮ ਚੋਣਾਂ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਵੱਲੋਂ ਕੀ ਕਦਮ ਚੁੱਕਿਆ ਜਾਂਦਾ ਹੈ। ਅਮਰੀਕੀ ਸੁਪਰੀਮ ਕੋਰਟ ਇੱਕ ਅਜਿਹੇ ਮਹੱਤਵਪੂਰਨ ਇਮੀਗ੍ਰੇਸ਼ਨ ਮਾਮਲੇ ਦੀ ਸੁਣਵਾਈ ਕਰਨ ਜਾ ਰਹੀ ਹੈ ਜਿਸ ਦਾ ਫੈਸਲਾ ਇਹ ਨਿਰਧਾਰਤ ਕਰ ਸਕਦਾ ਹੈ ਕਿ ਆਈਸ ਕੁਝ ਗ੍ਰੀਨ ਕਾਰਡ ਧਾਰਕਾਂ ਨੂੰ ਇਮੀਗ੍ਰੇਸ਼ਨ ਜੱਜ ਸਾਹਮਣੇ ਬੌਂਡ ਸੁਣਵਾਈ ਦਿੱਤੇ ਬਿਨਾਂ ਕਿੰਨਾ ਲੰਮਾ ਸਮਾਂ ਹਿਰਾਸਤ ਵਿੱਚ ਰੱਖ ਸਕਦੀ ਹੈ। ਸੁਪਰੀਮ ਕੋਰਟ ਦੇ ਸਰਕਾਰੀ ਡਾਕ ਦੇ ਅਨੁਸਾਰ ਜੈਨੈਲੋ ਬਨਾਮ ਬਲੈਕ ਕੇਸ ਦੀ ਮੌਖਿਕ ਸੁਣਵਾਈ 13 ਅਕਤੂਬਰ 2026 ਨੂੰ ਹੋਵੇਗੀ। ਅਦਾਲਤ ਨੇ 15 ਜੂਨ 2026 ਨੂੰ ਕੇਸ ਸੁਣਨ ਲਈ ਸਵੀਕਾਰ ਕੀਤਾ ਸੀ। ਇਹ ਵਿਵਾਦ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੀ ਧਾਰਾ 8 USC 1226C ਦੇ ਨਾਲ ਜੁੜਿਆ ਹੈ। ਇਸ ਧਾਰਾ ਦੇ ਅਧੀਨ ਕੁਝ ਨਿਰਧਾਰਤ ਅਪਰਾਧਿਕ ਦੋਸ਼ਾਂ ਜਾਂ ਸਜ਼ਾਵਾਂ ਕਾਰਨ ਦੇਸ਼ ਨਿਕਾਲੇ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਗੈਰ ਨਾਗਰਿਕਾਂ ਨੂੰ ਲਾਜ਼ਮੀ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ। ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਕੇਸ ਦਾ ਸਬੰਧ ਸਾਰੇ ਗ੍ਰੀਨ ਕਾਰਡ ਧਾਰਕਾਂ ਨਾਲ ਨਹੀਂ ਹੈ। ਕੇਸ ਦੇ ਕੇਂਦਰ ਵਿੱਚ ਡੋਮਿਨਿਕਨ ਰਿਪਬਲਿਕ ਵਿੱਚ ਜਨਮੇ ਕੈਸੀ GM ਹਨ ਜੋ 2011 ਤੋਂ ਅਮਰੀਕਾ ਦੇ ਕਾਨੂੰਨੀ ਸਥਾਈ ਨਿਵਾਸੀ ਹਨ। ਦੂਜੇ ਦਰਜੇ ਦੇ ਹਮਲੇ ਨਾਲ ਸੰਬੰਧਿਤ ਪੁਰਾਣੀ ਸਜ਼ਾ ਤੋਂ ਬਾਅਦ ਆਈਸ ਨੇ ਉਹਨਾਂ ਨੂੰ 5 ਅਕਤੂਬਰ 2020 ਨੂੰ ਗ੍ਰਿਫਤਾਰ ਕਰਕੇ ਦੇਸ਼ ਨਿਕਾਲੇ ਦੀ ਕਾਰਵਾਈ ਸ਼ੁਰੂ ਕੀਤੀ ਸੀ। ਉਹ ਲਗਭਗ 21 ਮਹੀਨੇ ਹਿਰਾਸਤ ਵਿੱਚ ਰਹੇ ਪਰ ਉਹਨਾਂ ਨੂੰ ਅਜਿਹੀ ਬੌਂਡ ਸੁਣਵਾਈ ਨਹੀਂ ਮਿਲੀ ਜਿਸ ਵਿੱਚ ਜੱਜ ਇਹ ਜਾਂਚਦਾ ਕਿ ਉਹ ਜਨਤਕ ਸੁਰੱਖਿਆ ਲਈ ਖਤਰਾ ਜਾਂ ਫਰਾਰ ਹੋਣ ਦਾ ਜੋਖਮ ਹਨ ਜਾਂ ਨਹੀਂ। ਇਸੇ ਮਾਮਲੇ ਦੇ ਨਾਲ ਪਹਿਲਾਂ ਜੁੜੇ ਜਮੈਕਾ ਮੂਲ ਦੇ ਗ੍ਰੀਨ ਕਾਰਡ ਧਾਰਕ ਕੈਰਲ ਵਿਲੀਅਮਸ ਬਲੈਕ ਨੂੰ ਵੀ ਲਗਭਗ 7 ਮਹੀਨੇ ਬਿਨਾਂ ਬੌਂਡ ਸੁਣਵਾਈ ਹਿਰਾਸਤ ਵਿੱਚ ਰੱਖਿਆ ਗਿਆ ਸੀ। ਬਾਅਦ ਵਿੱਚ ਉਹ ਆਪਣਾ ਘਰ ਅਤੇ ਕਾਰੋਬਾਰ ਵੇਚ ਕੇ ਅਮਰੀਕਾ ਤੋਂ ਚਲੇ ਗਏ। ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਵਿਦਿਆਰਥੀਆਂ ਤੇ ਆਰਥਿਕ ਬੋਝ ਵੱਧ ਗਿਆ ਹੈ। ਸਰਕਾਰ ਦੇ ਨਵੇਂ ਐਲਾਨ ਦੇ ਮੁਤਾਬਕ 1 ਸਤੰਬਰ ਤੋਂ ਲਾਜ਼ਮੀ ਸਿਹਤ ਬੀਮੇ ਲਈ ਵਿਦਿਆਰਥੀਆਂ ਨੂੰ 20% ਵਾਧੂ ਰਕਮ ਅਦਾ ਕਰਨੀ ਹੋਵੇਗੀ। ਇਹ ਤੇ ਦੱਸ ਦੇ ਕਿ ਓਨਟਾਰੀਓ ਦੇ ਵਿੱਚ ਯੂਨੀਵਰਸਿਟੀ ਹੈਲਥ ਇੰਸ਼ੋਰੈਂਸ ਪਲਾਨ ਦਾ ਖਰਚਾ $792 ਤੋਂ ਵੱਧ ਕੇ $948 ਹੋ ਗਿਆ। ਜੇਕਰ ਕੋਈ ਵਿਦਿਆਰਥੀ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ ਤਾਂ 3 ਮੈਂਬਰਾਂ ਦੇ ਪਰਿਵਾਰ ਲਈ ਯੂਨੀਵਰਸਿਟੀ ਹੈਲਥ ਇੰਸ਼ੋਰੈਂਸ ਪਲਾਨ ਦਾ ਪ੍ਰੀਮੀਅਮ $469 ਵਧਾਏਗਾ। ਸੋ ਇਸ ਵਾਧੇ ਨਾਲ ਸਾਲਾਨਾ ਫੀਸ $2376 ਤੋਂ ਵੱਧ ਕੇ $2845 ਹੋ ਜਾਵੇਗੀ ਜੋ ਕਿ 1 ਸਤੰਬਰ 2026 ਤੋਂ 31 ਅਗਸਤ 2027 ਦੇ ਪਾਲਿਸੀ ਸਾਲ ਲਈ ਲਾਗੂ ਹੋਵੇਗੀ। ਸੋ ਅਗਲੇ ਸਾਲ ਇਹਨਾਂ ਦਰਾਂ ਦੇ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਸਰਕਾਰੀ ਸਹਾਇਤਾ ਦੇ ਨਾਲ ਚੱਲਦੀਆਂ 22 ਯੂਨੀਵਰਸਿਟੀਆਂ ਵਿੱਚ ਪੜ੍ਹਦੇ ਕੌਮਾਂਤਰੀ ਵਿਦਿਆਰਥੀਆਂ ਤੋਂ ਟਿਊਸ਼ਨ ਫੀਸ ਦੇ ਨਾਲ ਹੀ ਸਿਹਤ ਬੀਮੇ ਦੀ ਰਕਮ ਵਸੂਲ ਕਰ ਲਈ ਜਾਂਦੀ ਹੈ। ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਯੂਨੀਵਰਸਿਟੀ ਆਫ ਟੋਰਾਂਟੋ, ਯੂਨੀਵਰਸਿਟੀ ਆਫ ਵਾਟਰਲੂ, ਉਸ ਤੋਂ ਬਾਅਦ ਮੈਕਮਾਸਟਰ ਯੂਨੀਵਰਸਿਟੀ, ਯਾਰਕ ਯੂਨੀਵਰਸਿਟੀ, ਕੁਈਨਜ਼ ਯੂਨੀਵਰਸਿਟੀ ਅਤੇ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਵਰਗੇ ਵੱਡੇ ਨਾਮ ਸ਼ਾਮਲ ਹਨ। CIC ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਇਹ ਬਦਲਾਅ ਨਵੇਂ ਅਕੈਡਮਿਕ ਸਾਲ ਮਤਲਬ 1 ਸਤੰਬਰ 2026 ਤੋਂ ਲਾਗੂ ਹੋ ਰਿਹਾ ਹੈ। ਸਿਰਫ ਉਹ ਵਿਦਿਆਰਥੀ ਯੂਨੀਵਰਸਿਟੀ ਸਿਹਤ ਬੀਮੇ ਤੋਂ ਬਾਹਰ ਰਹਿ ਸਕਦੇ ਹਨ ਜਿਨ੍ਹਾਂ ਦੇ ਕੋਲ ਓਨਟਾਰੀਓ ਹੈਲਥ ਇੰਸ਼ੋਰੈਂਸ ਪਲਾਨ ਮੌਜੂਦ ਹੋਵੇ ਜੋ ਕਿਸੇ ਹੋਰ ਅਗਾਊ ਪ੍ਰਵਾਨਿਤ ਯੋਜਨਾ ਦੇ ਘੇਰੇ ਵਿੱਚ ਆਉਂਦੇ ਹੋਣ। ਓਨਟਾਰੀਓ ਦੇ ਵਿੱਚ ਵਿਦੇਸ਼ੀ ਨਾਗਰਿਕ ਸਰਕਾਰੀ ਸਿਹਤ ਬੀਮੇ ਦੇ ਘੇਰੇ ਵਿੱਚ ਨਹੀਂ ਆਉਂਦੇ ਜਿਸ ਦੇ ਮੱਦੇਨਜ਼ਰ ਕੌਮਾਂਤਰੀ ਵਿਦਿਆਰਥੀਆਂ ਲਈ ਵਿਦਿਅਕ ਅਦਾਰੇ ਵਾਲੀ ਯੋਜਨਾ ਲਾਜ਼ਮੀ ਹੋ ਜਾਂਦੀ ਹੈ। ਓਨਟਾਰੀਓ ਦੇ ਉਲਟ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਵਰਗੇ ਰਾਜਾਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੂੰ
ਸਰਕਾਰੀ ਸਿਹਤ ਬੀਮੇ ਦੀ ਸਹੂਲਤ ਦਿੱਤੀ ਜਾਂਦੀ ਹੈ। ਬੀਮੇ ਦੀ ਮਿਆਦ ਉਸੇ ਦਿਨ ਸ਼ੁਰੂ ਹੋ ਜਾਂਦੀ ਹੈ ਜਦੋਂ ਕੌਮਾਂਤਰੀ ਵਿਦਿਆਰਥੀ ਕੈਨੇਡਾ ਦੀ ਧਰਤੀ ਤੇ ਕਦਮ ਰੱਖਦਾ ਹੈ। ਯੂਨੀਵਰਸਿਟੀ ਹੈਲਥ ਇੰਸ਼ੋਰੈਂਸ ਪਲਾਨ ਤਹਿਤ ਸਾਲਾਨਾ ਆਧਾਰ ਤੇ ਵੱਧ ਤੋਂ ਵੱਧ 10 ਲੱਖ ਕੈਨੇਡੀਅਨ ਡਾਲਰ ਦੀ ਕਵਰੇਜ ਮੁਹੱਈਆ ਕਰਵਾਈ ਜਾਂਦੀ ਹੈ। ਬੀਮਾ ਹੋਣ ਦੀ ਸੂਰਤ ਵਿੱਚ ਕੌਮਾਂਤਰੀ ਵਿਦਿਆਰਥੀ ਐਮਰਜੈਂਸੀ ਰੂਮ ਜਾ ਸਕਦੇ ਹਨ, ਸੋ ਟੈਸਟ ਕਰਵਾ ਸਕਦੇ ਹਨ ਅਤੇ ਉਹਨਾਂ ਨੂੰ ਸਰਜਰੀ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਂਦੀ ਹੈ। ਕੁਝ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਗਰੁੱਪ ਹੈਲਥ ਇੰਸ਼ੋਰੈਂਸ ਦੀ ਚੋਣ ਕੀਤੀ ਜਾਂਦੀ ਹੈ, ਜਿਸ ਵਿੱਚ UHIP ਤੋਂ ਵੱਧ ਸਹੂਲਤਾਂ ਮਿਲਦੀਆਂ ਹਨ, ਜਿਨ੍ਹਾਂ ਵਿੱਚ ਡੈਂਟਲ ਕੇਅਰ, ਅੱਖਾਂ ਦੀ ਸੰਭਾਲ ਅਤੇ ਡਾਕਟਰ ਵੱਲੋਂ ਲਿਖੀਆਂ ਦਵਾਈਆਂ ਦਾ ਖਰਚਾ ਵੀ ਸ਼ਾਮਲ ਹੁੰਦਾ ਹੈ। ਅਮਰੀਕੀ ਇਮੀਗ੍ਰੇਸ਼ਨ ਇਨਫੋਰਸਮੈਂਟ ਦੇ ਨਾਲ ਜੁੜੀ 21 ਅਗਸਤ 2026 ਦੀ ਇੱਕ ਨਵੀਂ ਅਧਿਕਾਰਤ ਅਪਡੇਟ ਸਾਹਮਣੇ ਆਈ ਹੈ। US ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਯਾਨੀ ICE ਨੇ ਪੁਸ਼ਟੀ ਕੀਤੀ ਹੈ ਕਿ ਟੈਨੈਂਸੀ ਵਿੱਚ ਇੱਕ ਪਬਲਿਕ ਸੇਫਟੀ ਕੋਆਰਡੀਨੇਸ਼ਨ ਸੈਂਟਰ ਬਣਾਉਣ ਦੀ ਯੋਜਨਾ ਉੱਤੇ ਕੰਮ ਚੱਲ ਰਿਹਾ ਹੈ। ICE ਮੁਤਾਬਕ ਇਹ ਸੈਂਟਰ ਦੇਸ਼ ਭਰ ਵਿੱਚ ਏਜੰਸੀ ਦੀਆਂ ਇਨਫੋਰਸਮੈਂਟ ਅਤੇ ਰਿਮੂਵਲ ਆਪਰੇਸ਼ਨਸ ਨੂੰ ਸਪੋਰਟ ਕਰੇਗਾ। ਸਰਕਾਰੀ ਕੰਟਰੈਕਟ ਰਿਕਾਰਡਸ ਬਾਰੇ ਪਹਿਲਾਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਹ ਪ੍ਰਪੋਜ਼ਡ ਨੈਸ਼ਨਲ ਕੋਆਰਡੀਨੇਸ਼ਨ ਸੈਂਟਰ ਐਡਮਸ ਟੈਨੈਂਸੀ ਵਿੱਚ ਬਣਾਉਣ ਦੀ ਯੋਜਨਾ ਹੈ। ਇਸ ਲਈ ਲਗਭਗ 17.44 ਮਿਲੀਅਨ ਡਾਲਰ ਦਾ 1 ਸਾਲ ਦਾ ਕੰਟਰੈਕਟ ਦਿੱਤਾ ਗਿਆ ਹੈ, ਜਿਸ ਦੀ ਮਿਆਦ 6 ਅਗਸਤ 2026 ਤੋਂ 5 ਅਗਸਤ 2027 ਤੱਕ ਦੱਸੀ ਗਈ ਹੈ। ਜੇ ਕੰਟਰੈਕਟ ਨੂੰ 2030 ਤੱਕ ਵਧਾਇਆ ਜਾਂਦਾ ਹੈ ਤਾਂ ਇਸ ਦੀ ਸੰਭਾਵਿਤ ਕੁੱਲ ਕੀਮਤ ਲਗਭਗ 63 ਮਿਲੀਅਨ ਡਾਲਰ ਤੱਕ ਪਹੁੰਚ ਸਕਦੀ ਹੈ। ICE ਦਾ ਕਹਿਣਾ ਹੈ ਕਿ ਇਹ ਫੈਸਿਲਿਟੀ ਉਸਦੀ ਨੇਸ਼ਨਵਾਈਡ ਇਨਫੋਰਸਮੈਂਟ ਇਨਫਰਾਸਟ੍ਰਕਚਰ ਦੇ ਵਿਸਥਾਰ ਵਿੱਚ ਸਹਾਇਤਾ ਕਰੇਗੀ। ਕੰਟਰੈਕਟ ਵਿੱਚ ਇਸ ਦਾ ਉਦੇਸ਼ ਇਨਫੋਰਸਮੈਂਟ ਐਂਡ ਰਿਮੂਵਲ ਆਪਰੇਸ਼ਨਸ ਲਈ ਸਪੋਰਟ ਸਰਵਿਸਿਜ਼ ਮੁਹੱਈਆ ਕਰਵਾਉਣਾ ਦਰਜ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਨਵਾਂ ਡੈਪੋਟੇਸ਼ਨ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ। ਇਹ ਮੁੱਖ ਤੌਰ ਤੇ ICE ਦੀ ਆਪਰੇਸ਼ਨਲ ਕੈਪੈਸਿਟੀ ਅਤੇ ਕੋਆਰਡੀਨੇਸ਼ਨਸ ਵਧਾਉਣ ਦੇ ਨਾਲ ਸੰਬੰਧਿਤ ਡਿਵੈਲਪਮੈਂਟ ਹੈ। ਅਮਰੀਕਾ ਤੇ ਕੈਨੇਡਾ ਵਿਚਾਲੇ ਵਪਾਰਕ ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੇ ਨਿਸ਼ਾਨਾ ਸਾਧਦਿਆਂ ਉਸ ਨੂੰ ਅਮਰੀਕਾ ਦਾ 51 ਸੂਬਾ ਬਣਾਉਣ ਦੀ ਗੱਲ ਦੁਹਰਾਈ ਹੈ। ਟਰੰਪ ਨੇ ਦੋਸ਼ ਲਗਾਇਆ ਕਿ ਕੈਨੇਡਾ ਅਮਰੀਕਾ ਸੂਬਾ ਬਣੇ ਬਿਨਾਂ ਹੀ ਅਮਰੀਕੀ ਸੂਬਾ ਬਣੇ ਬਿਨਾਂ ਹੀ ਉਸ ਦੇ ਸਾਰੇ ਆਰਥਿਕ ਫਾਇਦੇ ਚੁੱਕਣਾ ਚਾਹੁੰਦਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਪੋਸਟ ਸ਼ੇਅਰ ਕਰ ਲਿਖਿਆ ਕਿ ਕੈਨੇਡਾ ਇੱਕ ਅਮਰੀਕੀ ਸੂਬੇ ਵਰਗੇ ਫਾਇਦੇ ਤਾਂ ਚਾਹੁੰਦਾ ਹੈ, ਪਰ ਅਸਲ ਵਿੱਚ ਅਮਰੀਕਾ 'ਚ ਸ਼ਾਮਲ ਨਹੀਂ ਹੋਣਾ ਚਾਹੁੰਦਾ। ਉਹਨਾਂ ਨੇ ਦੋਸ਼ ਲਗਾਇਆ ਕਿ ਕੈਨੇਡਾ ਨੇ ਕਈ ਸਾਲਾਂ ਤੋਂ ਅਮਰੀਕੀ ਕਿਸਾਨਾਂ ਤੇ ਭਾਰੀ ਟੈਰਿਫ ਲਗਾਏ ਹਨ। ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਅਮਰੀਕਾ ਨੇ ਲਗਭਗ 20 ਅਰਬ ਦੇ ਕੈਨੇਡੀਆਈ ਉਤਪਾਦਾਂ ਤੇ 50% ਨਵਾਂ ਟੈਰਿਫ ਲਾਗੂ ਕਰ ਦਿੱਤਾ ਹੈ। ਇਸ 'ਚ ਹਾਕੀ ਸਟਿੱਕਾਂ, ਸੀਮੈਂਟ, ਕੱਪੜੇ ਅਤੇ ਫਰਨੀਚਰ ਵਰਗੀਆਂ ਵਸਤੂਆਂ ਸ਼ਾਮਲ ਹਨ। ਦੱਖਣੀ ਟਿਊਨੀਸ਼ੀਆ ਦੇ ਤੱਟ ਤੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਦੇ ਪਲਟਣ ਤੋਂ ਬਾਅਦ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 12 ਹੋਰ ਲਾਪਤਾ ਹਨ। ਟਿਊਨੀਸ਼ੀਆ ਦੇ ਨੈਸ਼ਨਲ ਗਾਰਡ ਨੇ ਇਹ ਕਿਹਾ ਹੈ ਕਿ ਸਿਰਫ ਇੱਕ ਵਿਅਕਤੀ ਨੂੰ ਬਚਾਇਆ ਗਿਆ ਹੈ। ਨੈਸ਼ਨਲ ਗਾਰਡ ਦੇ ਬੁਲਾਰੇ ਹੁਸੈਮ ਉਦੀਨ ਨੇ ਸਰਕਾਰੀ ਨਿਊਜ਼ ਏਜੰਸੀ TAP ਨੂੰ ਦੱਸਿਆ ਕਿ ਅਧਿਕਾਰੀਆਂ ਨੇ 2 ਲਾਸ਼ਾਂ ਬਰਾਮਦ ਕੀਤੀਆਂ ਹਨ। ਉਹਨਾਂ ਨੇ ਰਾਸ਼ਟਰੀ ਰੇਡੀਓ ਮੋਸੈਕੋ FM ਨੂੰ ਦੱਸਿਆ ਕਿ ਜ਼ਰਜ਼ਿਸ ਅਤੇ ਬੇਨ ਗਾਰਡਨ ਦੇ ਵਿਚਕਾਰ ਤੱਟ ਤੋਂ ਕਿਸ਼ਤੀ ਦੇ ਲਗਭਗ 15 ਲੋਕ ਸਵਾਰ ਹੋਏ ਹਨ। ਉਹਨਾਂ ਨੇ ਵੀ ਕਿਹਾ ਕਿ ਕਿਸ਼ਤੀ ਵੀਰਵਾਰ ਸਵੇਰੇ ਰਵਾਨਾ ਹੋ ਗਈ। ਸ਼ਨੀਵਾਰ ਨੂੰ ਇੱਕ ਵਪਾਰਕ ਜਹਾਜ਼ ਦੇ ਚਾਲਕ ਦਲ ਨੇ ਸਮੁੰਦਰ ਵਿੱਚ ਇੱਕ ਆਦਮੀ ਨੂੰ ਦੇਖਿਆ ਅਤੇ ਉਸ ਨੂੰ ਬਚਾਇਆ। ਬਾਅਦ ਵਿੱਚ ਇੱਕ ਹੈਲੀਕਾਪਟਰ ਅਤੇ ਤੱਟ ਰੱਖਿਆ ਕਿਸ਼ਤੀਆਂ ਨੂੰ ਬਾਕੀਆਂ ਦੀ ਭਾਲ ਲਈ ਖੇਤਰ ਵਿੱਚ ਭੇਜਿਆ ਗਿਆ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਇਟਲੀ ਜਾ ਰਹੇ ਹਨ। ਸੋ ਜ਼ਰਜ਼ਿਸ ਲੰਬੇ ਸਮੇਂ ਤੋਂ ਟਿਊਨੀਸ਼ੀਆ ਅਤੇ ਅਫਰੀਕਾ ਦੇ ਹੋਰ ਹਿੱਸਿਆਂ ਤੋਂ ਯੂਰਪ ਜਾਣ ਵਾਲੇ ਪ੍ਰਵਾਸੀਆਂ ਲਈ ਇੱਕ ਪ੍ਰਮੁੱਖ ਕ੍ਰੋਸਿੰਗ ਪੁਆਇੰਟ ਰਿਹਾ ਹੈ। 2022 ਵਿੱਚ 18 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਉੱਥੇ ਗਾਇਬ ਹੋ ਗਈ। ਯੂਰੋਪੀਅਨ ਯੂਨੀਅਨ ਅਤੇ ਟਿਊਨੀਸ਼ੀਆ ਵਿਚਕਾਰ 2023 ਦੇ ਸਮਝੌਤੇ ਤੋਂ ਬਾਅਦ ਟਿਊਨੀਸ਼ੀਆ ਤੋਂ ਯੂਰਪ ਜਾਣ ਵਾਲੇ ਸਮੁੰਦਰੀ ਰਸਤੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਕਾਫੀ ਕਮੀ ਆਈ ਹੈ। ਸਮਝੌਤੇ ਦੇ ਤਹਿਤ ਯੂਰੋਪੀਅਨ ਯੂਨੀਅਨ ਨੇ ਟਿਊਨੀਸ਼ੀਆ ਨੂੰ ਸਰਹੱਦੀ ਨਿਯੰਤਰਣ ਨੂੰ ਮਜ਼ਬੂਤ ਕਰਨ ਅਤੇ ਅਨਿਯਮਿਤ ਪ੍ਰਵਾਸ ਦਾ ਮੁਕਾਬਲਾ ਕਰਨ ਲਈ ਆਪਣੇ ਤੱਟ ਰੱਖਿਅਕ ਨੂੰ ਸਿਖਲਾਈ ਦੇਣ ਲਈ ਵਿੱਤੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਹੈ। ਇਟਲੀ ਦੇ ਫੋਰਲੀ ਹਵਾਈ ਅੱਡੇ ਤੇ ਕੁਦਰਤ ਦਾ ਅਜਿਹਾ ਕਹਿਰ ਦੇਖਣ ਨੂੰ ਮਿਲਿਆ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇੱਕ ਹੈਰਾਨ ਕਰਨ ਵਾਲੀ ਵੀਡੀਓ ਦੇ ਵਿੱਚ ਕੁਦਰਤ ਦਾ ਰੌਦਰ ਰੂਪ ਸਾਫ਼ ਨਜ਼ਰ ਆ ਰਿਹਾ ਹੈ। ਤੇਜ਼ ਹਨੇਰੀ ਤੂਫਾਨ ਦੇ ਦੌਰਾਨ ਰਨਵੇ ਤੇ ਖੜੇ ਛੋਟੇ ਪ੍ਰੋਪੈਲਰ ਜਹਾਜ਼ ਹਵਾ ਦੇ ਭਾਰੀ ਦਬਾਅ ਕਾਰਨ ਖਿਡੌਣਿਆਂ ਵਾਂਗ ਗੋਲ-ਗੋਲ ਘੁੰਮਦੇ ਅਤੇ ਆਪਣੀ ਜਗ੍ਹਾ ਤੋਂ ਖਿਸਕਦੇ ਦਿਖਾਈ ਦੇ ਰਹੇ ਹਨ। ਇਸ ਖੌਫਨਾਕ ਨਜ਼ਾਰੇ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਇਹ ਪਾਣੀ ਭਰਕਮ 에ਅਰਕ੍ਰਾਫਟ ਨਾ ਹੋ ਕੇ ਪਲਾਸਟਿਕ ਦੇ ਹਲਕੇ ਖਿਡੌਣੇ ਹੋਣ ਜੋ ਤੇਜ਼ ਹਵਾਵਾਂ ਦੇ ਝੱਖੜਾਂ ਸਾਹਮਣੇ ਪੂਰੀ ਤਰ੍ਹਾਂ ਬੇਵੱਸ ਹੋ ਗਏ ਹਨ। ਇਹ ਖੌਫਨਾਕ ਘਟਨਾ 21 ਅਗਸਤ ਦੀ ਦੱਸੀ ਜਾ ਰਹੀ ਹੈ ਜਦੋਂ ਇਟਲੀ ਦੇ ਐਮੀਲੀਆ ਰੋਮਾਨਾ ਇਲਾਕੇ ਵਿੱਚ ਮੌਸਮ ਨੇ ਅਚਾਨਕ ਕਰਵਟ ਲਈ। ਦੇਖਦੇ ਸਾਫ਼ ਆਸਮਾਨ ਤੇ ਸੰਘਣੇ ਕਾਲੇ ਬੱਦਲ ਛਾ ਗਏ ਅਤੇ ਪਲ ਭਰ ਵਿੱਚ ਹੀ ਤੇਜ਼ ਮੀਂਹ ਦੇ ਨਾਲ ਭਿਆਨਕ ਹਨੇਰੀ ਆ ਗਈ। ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਉਸ ਸਮੇਂ ਹਵਾ ਦੀ ਰਫ਼ਤਾਰ ਕਰੀਬ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਸੀ। ਇੰਨੀ ਤੇਜ਼ ਰਫ਼ਤਾਰ ਵਾਲੀਆਂ ਹਵਾਵਾਂ ਨੇ ਪੂਰੇ 에ਅਰਪੋਰਟ ਦਾ ਨਜ਼ਾਰਾ ਹੀ ਬਦਲ ਕੇ ਰੱਖ ਦਿੱਤਾ ਅਤੇ ਉੱਥੇ ਪਲ ਭਰ ਵਿੱਚ ਸਥਿਤੀ ਬੇਕਾਬੂ ਹੁੰਦੀ ਦਿਖਾਈ ਦਿੱਤੀ।
ਵਾਇਰਲ ਕਲਿੱਪ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਹਵਾ ਦਾ ਦਬਾਅ ਇੰਨਾ ਜ਼ਿਆਦਾ ਸੀ ਕਿ 에ਅਰਪੋਰਟ ਤੇ ਪਾਰਕ ਕੀਤੇ ਜਹਾਜ਼ ਇਸ ਨੂੰ ਬਿਲਕੁਲ ਵੀ ਚੱਲ ਨਹੀਂ ਸਕੇ। ਮੌਲੇਦਾਰ ਮੀਂਹ ਕਾਰਨ ਰਨਵੇ ਪੂਰੀ ਤਰ੍ਹਾਂ ਗਿੱਲਾ ਅਤੇ ਤਿਲਕਣ ਵਾਲਾ ਹੋ ਗਿਆ ਸੀ, ਜਿਸ ਕਾਰਨ ਜਹਾਜ਼ ਦੇ ਪਹੀਏ ਹੀ ਪਕੜ ਕਮਜ਼ੋਰ ਪੈ ਗਏ। ਸੋ ਇਸ ਤਿਲਕਣ ਅਤੇ ਲਗਾਤਾਰ ਪੈ ਰਹੇ ਤੂਫਾਨੀ ਕ੍ਰੋਸ ਵਿੰਡ ਦੇ ਦਬਾਅ ਕਾਰਨ ਜਹਾਜ਼ ਆਪਣੀ ਪਾਰਕਿੰਗ ਵਾਲੀ ਥਾਂ ਤੋਂ ਖਿਸਕਣ ਲੱਗੇ। ਕੁਝ ਜਹਾਜ਼ ਤੇਜ਼ ਹਵਾ ਦੇ ਧੱਕਿਆਂ ਨਾਲ ਇੱਕ ਪਾਸੇ ਝੁਕਦੇ ਦਿਖਾਈ ਦਿੱਤੇ, ਜਦਕਿ ਕੁਝ ਦੇ ਪਹੀਏ ਰਨਵੇ ਤੇ ਘਿਸੜਦੇ ਹੋਏ ਅੱਗੇ ਵਧ ਗਏ। ਸੋ ਤੂਫਾਨ ਦੀ ਇਸ ਅਵਿਸ਼ਵਾਸਯੋਗ ਤਾਕਤ ਨੂੰ ਦੇਖ ਕੇ ਇੰਟਰਨੈਟ ਯੂਜ਼ਰ ਪੂਰੀ ਤਰ੍ਹਾਂ ਹੈਰਾਨ ਹਨ ਅਤੇ ਇਸ ਵੀਡੀਓ ਤੇ ਲਗਾਤਾਰ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਇੰਨੇ ਭਾਰੀ ਜਹਾਜ਼ਾਂ ਦਾ ਇਸ ਤਰ੍ਹਾਂ ਤਿਨਕਿਆਂ ਵਾਂਗ ਖਿਸਕਣਾ ਕਿਸੇ ਹਾਲੀਵੁੱਡ ਫਿਲਮ ਦੇ ਥ੍ਰਿਲਰ ਦ੍ਰਿਸ਼ ਵਰਗਾ ਲੱਗਦਾ ਹੈ। ਉੱਥੇ ਕੁਝ ਯੂਜ਼ਰ ਨੇ ਇਹ ਚਿੰਤਾ ਵੀ ਜ਼ਾਹਰ ਕੀਤੀ ਕਿ ਜੇ ਉਸ ਸਮੇਂ ਰਨਵੇ ਦੇ ਆਲੇ ਦੁਆਲੇ ਕੋਈ ਗਰਾਊਂਡ ਸਟਾਫ ਜਾਂ ਕਰਮਚਾਰੀ ਮੌਜੂਦ ਹੁੰਦਾ ਤਾਂ ਹਵਾ ਦਾ ਇਹ ਬਵੰਡਰ ਕਿਸੇ ਵੱਡੇ ਅਤੇ ਜਾਨਲੇਵਾ ਹਾਦਸੇ ਦਾ ਕਾਰਨ ਵੀ ਬਣ ਸਕਦਾ ਸੀ। ਇਹ ਘਟਨਾ ਇਸ ਗੱਲ ਦਾ ਸਿੱਧਾ ਸਬੂਤ ਹੈ ਕਿ ਕੁਦਰਤ ਦੀ ਅਸੀਮ ਤਾਕਤ ਦੇ ਸਾਹਮਣੇ ਇਨਸਾਨੀ ਮਸ਼ੀਨਾਂ ਕਿੰਨੀਆਂ ਲਾਚਾਰ ਹੋ ਸਕਦੀਆਂ ਹਨ। ਪਿਛਲੇ ਦਿਨੀ ਸ਼ਹਿਰ ਫੋਂਦੀ ਯਾਨੀ ਕਿ ਲਾਤੀਨਾ ਦੇ ਵਿਖੇ 2 ਭਾਰਤੀ ਨਾਗਰਿਕਾਂ ਵੱਲੋਂ ਹਵਾ ਦੇ ਵਿੱਚ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਰੋਕ ਲਿਆ ਤੇ ਹਥਿਆਰ ਤੇ ਕਾਰਤੂਸ ਜ਼ਬਤ ਕੀਤੇ ਹਨ। ਇਟਲੀ ਪੁਲਿਸ ਦੇ ਅਨੁਸਾਰ ਇੱਕ ਵਿਅਕਤੀ ਕੋਲੋਂ 9 mm ਦੀ ਸੌਫਟ ਬਲੈਂਕ ਫਾਇਰਿੰਗ ਗਨ ਬਰਾਮਦ ਹੋਈ, ਜਿਸ ਤੇ ਲਾਲ ਪਲੱਗ ਨਹੀਂ ਸੀ। ਉਸਨੇ ਹਵਾ ਦੇ ਵਿੱਚ ਕੁਝ ਖਾਲੀ ਗੋਲੀਆਂ ਚਲਾਈਆਂ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਡਰ ਪੈ ਗਿਆ। ਦੋਵਾਂ ਦੇ ਕੋਲ ਇਟਲੀ ਵਿੱਚ ਰਹਿਣ ਦਾ ਵੈਧ ਦਸਤਾਵੇਜ਼ ਮੌਕੇ ਤੇ ਮੌਜੂਦ ਨਹੀਂ ਸੀ। ਇੱਕ ਦੇ ਪੁਰਾਣੇ ਪੁਲਿਸ ਰਿਕਾਰਡ ਵੀ ਸਾਹਮਣੇ ਆਏ ਹਨ। ਉਹਨਾਂ ਦੇ ਖਿਲਾਫ ਹਥਿਆਰ ਰੱਖਣ ਅਤੇ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਰਗੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ। ਮਾਮਲਾ ਅਜੇ ਜਾਂਚ ਦੇ ਅਧੀਨ ਹੈ। ਅਮਰੀਕਾ ਅਤੇ ਕੈਨੇਡਾ ਦੇ ਵਿਚਾਲੇ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਦੇ ਨਵੇਂ ਪ੍ਰਸਤਾਵਾਂ ਅਤੇ ਸ਼ਰਤਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਹਨਾਂ ਨੇ ਇਹ ਕਿਹਾ ਕਿ ਅਮਰੀਕਾ ਵੱਲੋਂ ਰੱਖੀਆਂ ਗਈਆਂ ਨਵੀਆਂ ਸ਼ਰਤਾਂ ਕੈਨੇਡਾ ਲਈ ਅਨਿਆਂਪੂਰਨ ਅਤੇ ਨੁਕਸਾਨਦੇਹ ਹਨ, ਜਿਸ ਕਾਰਨ ਉਹਨਾਂ ਨੇ ਕੈਨੇਡੀਅਨ ਵਫਦ ਨੂੰ ਵਾਪਸ ਉਟਾਵਾ ਬੁਲਾ ਲਿਆ ਹੈ। ਜ਼ਿਕਰਯੋਗ ਹੈ ਕਿ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਅਮਰੀਕਾ ਨੇ ਲਗਭਗ 20-28 ਅਰਬ ਡਾਲਰ ਦੇ ਕੈਨੇਡੀਅਨ ਆਯਾਤ ਤੇ 50% ਟੈਰਿਫ ਲਗਾ ਦਿੱਤਾ ਹੈ। ਇਹ ਟੈਰਿਫ ਖੇਡਾਂ ਦੇ ਸਮਾਨ, ਸੀਮੈਂਟ, ਕੱਪੜੇ, ਫਰਨੀਚਰ ਅਤੇ ਡੈਰੀ ਉਤਪਾਦਾਂ ਤੇ ਲਾਗੂ ਹੋਵੇਗਾ, ਜਿਸ ਮਗਰੋਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਕਿ ਕੈਨੇਡਾ ਅਮਰੀਕੀ ਟੈਰਿਫਾਂ ਦਾ ਬਰਾਬਰ ਜਵਾਬ ਦੇਵੇਗਾ। ਸੋ ਕੈਨੇਡਾ ਦਾ ਡਾਲਰ ਦੇ ਬਦਲੇ ਡਾਲਰ ਟੈਰਿਫ 8 ਸਤੰਬਰ ਤੋਂ ਲਾਗੂ ਹੋਵੇਗਾ, ਜੋ ਮੁੱਖ ਤੌਰ ਤੇ ਅਮਰੀਕੀ ਡੈਰੀ, ਸਟੀਲ, ਇਲੈਕਟ੍ਰੋਨਿਕਸ ਅਤੇ ਖੇਤੀਬਾੜੀ ਉਪਕਰਨਾਂ ਨੂੰ ਨਿਸ਼ਾਨਾ ਬਣਾਏਗਾ। ਮਾਰਕ ਕਾਰਨੀ ਦੇ ਅਨੁਸਾਰ ਅਮਰੀਕਾ ਇਹ ਚਾਹੁੰਦਾ ਸੀ ਕਿ ਕੈਨੇਡਾ ਦੁਨੀਆ ਦੇ ਹੋਰਨਾਂ ਦੇਸ਼ਾਂ ਨਾਲ ਵਪਾਰਕ ਸਮਝੌਤੇ ਕਰਨ ਦੀ ਆਪਣੀ ਆਜ਼ਾਦੀ ਤੇ ਅਮਰੀਕੀ ਪਾਬੰਦੀਆਂ ਸਵੀਕਾਰ ਕਰੇ। ਇਸ ਤੋਂ ਇਲਾਵਾ ਅਮਰੀਕਾ ਨੇ ਕੈਨੇਡਾ ਦੇ ਆਟੋ ਸੈਕਟਰ, ਸੱਭਿਆਚਾਰਕ ਨਿਯਮਾਂ ਜਿਵੇਂ ਫ੍ਰੈਂਚ ਭਾਸ਼ਾ ਦੇ ਅਧਿਕਾਰਾਂ ਤੇ ਵੀ ਅਜਿਹੀਆਂ ਸ਼ਰਤਾਂ ਰੱਖੀਆਂ ਜੋ ਕੈਨੇਡਾ ਦੀ ਪ੍ਰਭੂਸੱਤਾ ਦੇ ਖਿਲਾਫ ਸਨ। ਸੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪਸ਼ਟ ਕੀਤਾ, ਕੈਨੇਡਾ ਇੱਕ ਆਜ਼ਾਦ ਅਤੇ ਸੁਤੰਤਰ ਦੇਸ਼ ਹੈ। ਉਹ ਕਿਸੇ ਹੋਰ ਦੇਸ਼ ਦੇ ਦਬਾਅ ਹੇਠ ਆ ਕੇ ਆਪਣੇ ਆਰਥਿਕ ਅਤੇ ਵਪਾਰਕ ਫੈਸਲੇ ਨਹੀਂ ਲੈਣਗੇ। ਕੈਨੇਡਾ ਆਪਣੇ ਘਰ ਦਾ ਮਾਲਕ ਹੈ ਤੇ ਉਹ ਅਜਿਹਾ ਕੋਈ ਵੀ ਫੈਸਲਾ ਜਾਂ ਸਮਝੌਤਾ ਨਹੀਂ ਕਰਨਗੇ ਜੋ ਦੇਸ਼ ਦੇ ਹਿੱਤਾਂ ਦੇ ਖਿਲਾਫ ਹੋਵੇ। ਅਟਲਾਂਟਾ ਤੋਂ ਡਲਾਸ ਯਾਨੀ ਟੈਕਸਾਸ ਜਾ ਰਹੀ ਅਮਰੀਕਨ 에ਅਰਲਾਈਨਸ ਦੀ ਉਡਾਨ 2398 ਵਿੱਚ ਆਸਮਾਨ ਵਿੱਚ ਹੀ ਇੱਕ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ। ਲੈਂਡਿੰਗ ਤੋਂ ਕੁਝ ਸਮਾਂ ਪਹਿਲਾਂ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਬੈਠੇ ਇੱਕ ਯਾਤਰੀ ਦੇ ਲੈਪਟਾਪ ਦੇ ਵਿੱਚ ਅਚਾਨਕ ਧਮਾਕਾ ਹੋ ਗਿਆ, ਜਿਸ ਤੋਂ ਬਾਅਦ ਜਹਾਜ਼ ਦੇ ਕੈਬਿਨ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ 5 ਯਾਤਰੀ ਗੰਭੀਰ ਰੂਪ ਵਿੱਚ ਝੁਲਸ ਕੇ ਜ਼ਖਮੀ ਹੋ ਗਏ। ਲੈਪਟਾਪ ਫਟਣ ਤੋਂ ਬਾਅਦ ਯਾਤਰੀਆਂ ਦੇ ਵਿੱਚ ਦਹਿਸ਼ਤ ਫੈਲ ਗਈ, ਪਰ ਫਲਾਈਟ ਅਟੈਂਡੈਂਟਸ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਥਰਮਲ ਕੰਟੇਨਮੈਂਟ ਬੈਗ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ। ਪਾਇਲਟ ਨੇ ਸੂਝ-ਬੂਝ ਦਾ ਪਰਿਚੈ ਦਿੰਦੇ ਹੋਏ ਟੈਕਸਾਸ ਦੇ ਡਲਾਸ ਫੋਰਟ ਵਰਥ ਹਵਾਈ ਅੱਡੇ ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਅਤੇ 130 ਦੇ ਲਗਭਗ ਯਾਤਰੀਆਂ ਅਤੇ ਚਾਲਕ ਦਲ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਲੈਂਡਿੰਗ ਤੋਂ ਬਾਅਦ ਮੌਕੇ ਤੇ ਪਹੁੰਚੀਆਂ ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਸਥਿਤੀ ਨੂੰ ਸੰਭਾਲਿਆ। ਜ਼ਖਮੀ ਹੋਏ 5 ਯਾਤਰੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਹਨਾਂ ਨੂੰ ਖਤਰੇ ਤੋਂ ਬਾਹਰ ਦੱਸਦੇ ਹੋਏ ਛੁੱਟੀ ਦੇ ਦਿੱਤੀ ਗਈ ਹੈ। ਅਮਰੀਕਨ 에ਅਰਲਾਈਨਸ ਨੇ ਘਟਨਾ ਦੇ ਸਹੀ ਕਾਰਨਾਂ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦੱਖਣੀ ਅਫਰੀਕਾ ਦੇ ਟੂਰਿਜ਼ਮ ਦੇ ਮੁੱਖ ਸੰਚਾਲਨ ਅਧਿਕਾਰੀ ਇਸਮਾਈਲ ਡੋਕਰਾਤ ਨੇ ਕਿਹਾ ਹੈ ਕਿ ਨੌਜਵਾਨ ਅਤੇ ਤਜਰਬੇਕਾਰ ਸੈਲਾਨੀਆਂ ਤੇ ਆਪਣਾ ਧਿਆਨ ਕੇਂਦਰਿਤ ਕਰਦਿਆਂ ਦੱਖਣੀ ਅਫਰੀਕਾ ਨੇ 2026 ਵਿੱਚ 1 ਲੱਖ ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦਾ ਟੀਚਾ ਰੱਖਿਆ ਹੈ।
ਡੋਕਰਾਤ ਜੋ ਹਾਲ ਹੀ ਵਿੱਚ ਬ੍ਰਿਕਸ ਯਾਨੀ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਲਈ ਜੈਪੁਰ ਵਿੱਚ ਸਨ। ਉਹਨਾਂ ਨੇ ਦੱਸਿਆ ਕਿ 2026 ਵਿੱਚ 1 ਲੱਖ ਭਾਰਤੀ ਸੈਲਾਨੀਆਂ ਦੀ ਆਮਦ ਤੱਕ ਪਹੁੰਚਣਾ ਉਹਨਾਂ ਦਾ ਟੀਚਾ ਹੈ। ਇਹ ਸਾਨੂੰ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਦੇ ਨੇੜੇ ਲੈ ਜਾਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ 2025 ਵਿੱਚ ਲਗਭਗ ਬਹੁਤ ਸਾਰੇ ਸੈਲਾਨੀ ਯਾਨੀ ਕਿ 70,000 ਭਾਰਤੀ ਸੈਲਾਨੀਆਂ ਨੇ ਦੱਖਣੀ ਅਫਰੀਕਾ ਦਾ ਦੌਰਾ ਕੀਤਾ। ਅਗਲੇ 3 ਸਾਲਾਂ ਵਿੱਚ 1 ਲੱਖ ਦੇ ਆંકੜੇ ਤੋਂ ਵੱਧ ਨਿਰੰਤਰ ਵਿਕਾਸ ਪ੍ਰਾਪਤ ਕਰਨ ਲਈ ਵੀਜ਼ਾ ਸਹੂਲਤ ਅਤੇ ਹਵਾਈ ਸੰਪਰਕ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਡੋਕਰਾਤ ਨੇ ਇਹ ਵੀ ਕਿਹਾ ਕਿ ਭਾਰਤੀ ਸੈਲਾਨੀਆਂ ਦੀਆਂ ਤਰਜੀਹਾਂ ਦੇ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ, ਜਦਕਿ ਪਰਿਵਾਰਕ ਅਤੇ ਸਮੂਹ ਯਾਤਰਾ ਪ੍ਰਸਿੱਧ ਰਹਿੰਦੀ ਹੈ। ਸਾਹਸੀ ਅਨੁਭਵੀ ਸੈਰ ਸਪਾਟਾ, ਮੰਜ਼ਿਲ, ਵਿਆਹ, ਪ੍ਰੋਤਸਾਹਨ ਯਾਤਰਾ ਅਤੇ ਯੁਵਾ ਸੈਰ ਸਪਾਟੇ ਦੀ ਮੰਗ ਵੀ ਵਧ ਰਹੀ ਹੈ। ਭਾਰਤੀ ਸੈਲਾਨੀ ਭੋਜਨ ਅਤੇ ਵਾਈਨ, ਸੱਭਿਆਚਾਰ, ਸਵੈ ਡਰਾਈਵ ਟੂਰ ਅਤੇ ਵਿਲੱਖਣ ਜੰਗਲੀ ਜੀਵ ਅਨੁਭਵਾਂ ਵਿੱਚ ਦਿਲਚਸਪੀ ਦਿਖਾ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਕੇਪ ਟਾਊਨ ਅਤੇ ਜੋਹਾਨਸਬਰਗ ਹਮੇਸ਼ਾ ਮੁੱਖ ਸਥਾਨ ਰਹਿਣਗੇ, ਪਰ ਦੱਖਣੀ ਅਫਰੀਕੀ ਸੈਰ ਸਪਾਟਾ ਭਾਰਤੀ ਯਾਤਰੀਆਂ ਨੂੰ ਦੇਸ਼ ਦੀ ਵਿਸ਼ਾਲ ਵਿਭਿੰਨਤਾ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ। ਵਾਈਨਲੈਂਡਸ, ਗਾਰਡਨ ਰੂਟ, ਇਸ ਤੋਂ ਇਲਾਵਾ ਕਵਾਜ਼ੁਲੂ ਨੈਟਲ ਅਤੇ ਮੰਪੂਮਲੰਗਾ ਦੇ ਨਾਲ-ਨਾਲ ਸਮੁੰਦਰੀ ਰਸੋਈ, ਸੱਭਿਆਚਾਰਕ ਅਤੇ ਸਾਹਸੀ ਸੈਰ ਸਪਾਟੇ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਡੋਕਰਾਤ ਨੇ ਰਾਜਸਥਾਨ ਨੂੰ ਦੱਖਣੀ ਅਫਰੀਕਾ ਲਈ ਇੱਕ ਮਹੱਤਵਪੂਰਨ ਉੱਭਰ ਰਹੇ ਬਾਜ਼ਾਰ ਵਜੋਂ ਵੀ ਪਛਾਣਿਆ। ਉਹਨਾਂ ਨੇ ਕਿਹਾ ਹੈ ਕਿ ਰਾਜਸਥਾਨ ਅਤੇ ਦੱਖਣੀ ਅਫਰੀਕਾ ਵਿੱਚ ਵਿਰਾਸਤ, ਜੰਗਲੀ ਜੀਵਨ, ਵਿਆਹ ਅਤੇ ਅਨੁਭਵੀ ਸੈਰ ਸਪਾਟੇ ਵਿੱਚ ਮਹੱਤਵਪੂਰਨ ਸਮਾਨਤਾਵਾਂ ਹਨ। ਉਹਨਾਂ ਨੇ ਅੱਗੇ ਵੀ ਕਿਹਾ ਭਾਰਤੀ ਸੈਲਾਨੀਆਂ ਦੀ ਗਿਣਤੀ ਵਧਾਉਣ ਲਈ ਵੀਜ਼ਾ ਅਤੇ ਹਵਾਈ ਸੰਪਰਕ ਪ੍ਰਮੁੱਖ ਤਰਜੀਹਾਂ ਹਨ, ਜਿਸ ਲਈ ਦੱਖਣੀ ਅਫਰੀਕਾ ਨੇ ਟਰਸਟਿਡ ਟੂਰ ਆਪਰੇਟਰ ਸਕੀਮ ਸ਼ੁਰੂ ਕੀਤੀ ਹੈ ਅਤੇ ਇਲੈਕਟ੍ਰੋਨਿਕ ਯਾਤਰਾ ਅਧਿਕਾਰ ਯਾਨੀ ਕਿ ETA ਰਾਹੀਂ ਇੱਕ ਹੋਰ ਡਿਜੀਟਲ ਵੀਜ਼ਾ ਪ੍ਰਕਿਰਿਆ ਵੱਲ ਵਧ ਰਿਹਾ ਹੈ। ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਕਾਰ ਸਿੱਧੀਆਂ ਹਵਾਈ ਸੇਵਾਵਾਂ ਸਥਾਪਿਤ ਕਰਨਾ ਵੀ ਏਜੰਡੇ ਤੇ ਹੈ। ਸੈਰ ਸਪਾਟਾ ਵਿਭਾਗ ਦਿੱਲੀ ਅਤੇ ਮੁੰਬਈ ਤੋਂ ਇਲਾਵਾ ਅਹਿਮਦਾਬਾਦ, ਕੋਲਕਾਤਾ, ਪੂਨੇ, ਹੈਦਰਾਬਾਦ ਅਤੇ ਚੇਨਈ ਵਰਗੇ ਸ਼ਹਿਰਾਂ ਦੇ ਵਿੱਚ ਪ੍ਰਚਾਰ ਮੁਹਿੰਮਾਂ, ਵਪਾਰਕ ਪਹੁੰਚ, ਸਿਖਲਾਈ ਪ੍ਰੋਗਰਾਮ ਅਤੇ ਰੋਡ ਸ਼ੋਅ ਕਰ ਰਿਹਾ ਹੈ। ਡੋਕਰਾਤ ਨੇ ਇਹ ਵੀ ਕਿਹਾ ਕਿ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਵਿੱਚ 2027 ਪੁਰਸ਼ ਕ੍ਰਿਕਟ ਵਿਸ਼ਵ ਕੱਪ ਭਾਰਤ ਤੋਂ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦਾ ਇੱਕ ਵੱਡਾ ਮੌਕਾ ਹੋਵੇਗਾ। ਬ੍ਰਿਕਸ ਸੈਰ ਸਪਾਟਾ ਸਹਿਯੋਗ ਬਾਰੇ ਉਹਨਾਂ ਨੇ ਇਹ ਕਿਹਾ ਕਿ ਇਸ ਦੇ ਲਾਭ ਪ੍ਰਮੋਸ਼ਨ ਤੱਕ ਸੀਮਿਤ ਨਹੀਂ ਹੋਣੇ ਚਾਹੀਦੇ, ਸਗੋਂ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਤੇ ਵੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਹਨਾਂ ਨੇ ਹਵਾਈ ਸੰਪਰਕ, ਸੈਰ ਸਪਾਟਾ ਨਿਵੇਸ਼, ਕਾਰੋਬਾਰ ਅਤੇ ਕਾਨਫਰੰਸ ਸੈਰ ਸਪਾਟੇ ਵਿੱਚ ਸਹਿਯੋਗ ਦੀ ਸੰਭਾਵਨਾ ਨੂੰ ਉਜਾਗਰ ਕੀਤਾ ਹੈ ਅਤੇ ਇਹ ਕਿਹਾ ਹੈ ਕਿ ਭਵਿੱਖ ਵਿੱਚ ਬ੍ਰਿਕਸ ਦੇਸ਼ਾਂ ਲਈ ਇੱਕ ਸਾਂਝਾ ਸੈਲਾਨੀ ਵੀਜ਼ਾ ਖੋਜਿਆ ਜਾ ਸਕਦਾ ਹੈ। ਹਾਲਾਂਕਿ ਵੀਜ਼ਾ ਨੀਤੀ ਸੰਬੰਧਿਤ ਸਰਕਾਰਾਂ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਨੀਦਰਲੈਂਡਸ ਦੇ ਐਮਸਟਨਵਿਲ ਵਿੱਚ ਖੇਡੇ ਗਏ FIH ਮਹਿਲਾ ਹਾਕੀ ਵਿਸ਼ਵ ਕੱਪ ਦੇ ਆਪਣੇ ਆਖਰੀ ਦੂਜੇ ਦੌਰ ਦੇ ਮੁਕਾਬਲੇ ਵਿੱਚ ਭਾਰਤੀ ਮਹਿਲਾ ਟੀਮ ਦਾ ਆਸਟ੍ਰੇਲੀਆ ਦੇ ਨਾਲ ਮੈਚ ਡਰਾਅ ਰਿਹਾ, ਜਿਸ ਕਾਰਨ ਭਾਰਤੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਇਸ ਡਰਾਅ ਦੇ ਨਤੀਜੇ ਵਜੋਂ ਆਸਟ੍ਰੇਲੀਆਈ ਟੀਮ ਜ਼ਿਆਦਾ ਗੋਲ ਕਰਨ ਦੇ ਆਧਾਰ ਉੱਤੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਨੀਦਰਲੈਂਡਸ ਨੇ ਚੀਨ ਨੂੰ 4-1 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਸੀ, ਜਿਸ ਕਾਰਨ ਸੈਮੀਫਾਈਨਲ ਦੀ ਆਖਰੀ ਟਿਕਟ ਲਈ ਭਾਰਤੀ ਅਤੇ ਆਸਟ੍ਰੇਲੀਆ ਵਿਚਕਾਰ ਸਿੱਧਾ ਮੁਕਾਬਲਾ ਬਣ ਗਿਆ ਸੀ। ਭਾਰਤ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਲਈ ਇਸ ਮੈਚ ਨੂੰ ਜਿੱਤਣਾ ਜ਼ਰੂਰੀ ਸੀ, ਜਦਕਿ ਆਸਟ੍ਰੇਲੀਆ ਨੂੰ ਸਿਰਫ ਹਾਰ ਤੋਂ ਬਚਣ ਦੀ ਲੋੜ ਸੀ ਕਿਉਂਕਿ ਉਹਨਾਂ ਦੇ ਪਹਿਲਾਂ ਹੀ ਗੋਲ ਵੱਧ ਸਨ। ਸੋ ਮੈਚ ਦੌਰਾਨ ਭਾਰਤੀ ਟੀਮ ਨੇ ਸ਼ੁਰੂਆਤੀ ਗੋਲ ਨੂੰ ਟਾਲਿਆ ਜਦੋਂ ਆਸਟ੍ਰੇਲੀਆ ਦੀ ਟੀਮ ਦੀ ਖਿਡਾਰਨ ਦਾ ਇੱਕ ਨਜ਼ਦੀਕੀ ਸ਼ਾਟ ਜੋਤੀ ਦੇ ਸਰੀਰ ਨੂੰ ਲੱਗ ਕੇ ਗੋਲ ਪੋਸਟ ਵੱਲ ਗਿਆ, ਪਰ ਭਾਰਤ ਵੱਲੋਂ ਮੰਗ ਕਰਨ ਉੱਤੇ ਟੀਵੀ ਅੰਪਾਇਰ ਨੇ ਇਸ ਨੂੰ ਖਤਰਨਾਕ ਖੇਡ ਕਰਾਰ ਦਿੱਤਾ ਅਤੇ ਇਸ ਗੋਲ ਨੂੰ ਨਾ ਮੰਨਿਆ ਗਿਆ। ਸੋ ਹਾਫ ਟਾਈਮ ਤੋਂ ਪਹਿਲਾਂ ਭਾਰਤ ਕੋਲ ਪੈਨਲਟੀ ਕਾਰਨਰ ਜ਼ਰੀਏ ਲੀਡ ਬਣਾਉਣ ਦਾ ਸੁਨਹਿਰੀ ਮੌਕਾ ਸੀ, ਪਰ ਆਸਟ੍ਰੇਲੀਆਈ ਰੱਖਿਆ ਪੰਕਤੀ ਨੇ ਗੋਲ ਨਾ ਹੋਣ ਦਿੱਤਾ। ਇਸ ਤੋਂ ਬਾਅਦ ਨਿੱਕੀ ਨੂੰ ਵੀ ਮੌਕਾ ਮਿਲਿਆ, ਪਰ ਉਹ ਗੇਂਦ ਉੱਤੇ ਸਹੀ ਨਿਸ਼ਾਨਾ ਨਹੀਂ ਲਾ ਸਕੇ। ਭਾਰਤੀ ਟੀਮ ਨੇ ਗੋਲ ਕਰਨ ਲਈ ਪੂਰਾ ਜ਼ੋਰ ਲਗਾਇਆ, ਪਰ ਮਜ਼ਬੂਤ ਆਸਟ੍ਰੇਲੀਆਈ ਡਿਫੈਂਸ ਨੂੰ ਤੋੜਨ ਵਿੱਚ ਅਸਫਲ ਰਹੇ। ਭਾਰਤ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਚੀਨ ਅਤੇ ਇੰਗਲੈਂਡ ਵਿਰੁੱਧ ਮੈਚ ਡਰਾਅ ਖੇਡ ਕੇ ਅਤੇ ਦੱਖਣੀ ਅਫਰੀਕਾ ਨੂੰ 6-1 ਨਾਲ ਹਰਾ ਕੇ ਦੂਜੇ ਦੌਰ ਵਿੱਚ ਪ੍ਰਵੇਸ਼ ਕਰਕੇ ਕੀਤੀ ਸੀ, ਪਰ ਨੀਦਰਲੈਂਡਸ ਹੱਥੋਂ 0-2 ਦੀ ਹਾਰ ਨੇ ਮੇਜ਼ਬਾਨਾਂ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਸਨ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਔਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਸਾਡੇ ਚੈਨਲ ਪੰਜਾਬ ਮੇਲ ਯੂਨੀਵਰਸਿਟੀ ਟੀਵੀ ਦੇ ਨਾਲ। IPTV ਬੁੱਕਸ ਲਵਰ ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ Facebook, TikTok, Instagram, YouTube ਤੇ ਸਬਸਕ੍ਰਾਈਬ ਤੇ ਫੋਲੋ ਕਰ ਸਕਦੇ ਹੋ ਤਾਂ ਜੋ ਤਾਜ਼ਾ ਖਬਰਾਂ ਤੇ ਖਾਸ ਅਪਡੇਟ ਤੇ ਖਾਸ ਪ੍ਰੋਗਰਾਮ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਫਿਲਹਾਲ ਅੱਜ ਦੇ ਬੁਲੇਟਿਨ ਦੇ ਵਿੱਚ ਨਹੀਂ ਹੈ, ਮੈਨੂੰ ਦਿਓ ਇਜਾਜ਼ਤ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।